ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਸ਼੍ਰੋਮਣੀ ਕਮੇਟੀ ਨਾਲ ਬੈਠਣਾ, ਉਹ ਜਦੋਂ ਪੋਸਟਰ ਸਾਹਮਣੇ ਆਇਆ ਚਰਚਾ ਛਿੜੀ ਅਤੇ ਜਿੰਨੀ ਚਰਚਾ ਹੋਈ ਬਣਦੀ ਸੀ ਇੰਨੀ ਕਿਤੇ, ਕਿਉਂਕਿ ਜਿਹੜੇ ਸ਼ੁਰੂ ਤੋਂ ਜਾਣਦੇ ਨੇ ਕਿ ਸ਼੍ਰੋਮਣੀ ਕਮੇਟੀ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੋਵੇਂ ਦਿਨ ਰਾਤ ਨੇ। ਅਸੀਂ 2005 ਤੋਂ ਮੈਂ ਕਾਲਜ ਦੇ ਵਿੱਚ ਗਿਆ ਸੀ ਅਤੇ ਜਿੰਨੀ ਕੌਮ ਦੇ ਵਿੱਚ ਗਿਰਾਵਟ ਆਈ ਹੈ, ਗੁਰਦੁਆਰਿਆਂ 'ਚ ਮੱਟੀਆਂ ਬਣ ਗਈਆਂ ਅਤੇ ਜੋ ਡੇਰਾਵਾਦ ਹੈ, ਉਹ ਕਹਿੰਦੇ ਸੀ ਸਾਰਾ ਕੁਝ ਸ਼੍ਰੋਮਣੀ ਕਮੇਟੀ ਦੀ ਵਜ੍ਹਾ ਕਰਕੇ ਆ। ਇੱਕ ਜਿੱਦਾਂ ਕਹਿ ਲਈਏ ਕਿ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਜੇ ਚੈਲੰਜ ਸੀ, ਟਕਸਾਲ ਦੇ ਸਾਹਮਣੇ ਚੈਲੰਜ ਸੀ, ਅਤੇ ਉਹ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਸੀ। ਜੇ ਉਹਨਾਂ ਦੇ ਕਿਤੇ ਨਾ ਕਿਤੇ ਸਿਰਦਰਦੀ ਬਣਿਆ ਸੀ ਅਤੇ ਇਹ ਛੋਟੀ ਜਿਹੀ ਇਮਾਰਤ ਜਿਹੜੀ ਹੈ ਉਹ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਸੀ। ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਨੇ ਸਾਨੂੰ ਮਿਲਿਆ ਕਰਨਾ ਨਾ, ਕਿਤੇ ਇਕੱਠੇ ਹੋ ਜਾਣਾ, ਕੋਈ ਜਾਣਕਾਰ ਹੋਣਾ, ਅਤੇ ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਯਾਰ ਤੁਸੀਂ ਬੜਾ ਯੱਬ ਪਾਇਆ। ਕਹਿੰਦੇ ਸਾਡੀ ਪ੍ਰਚਾਰਕਾਂ ਦੀ ਮੀਟਿੰਗ ਹੁੰਦੀ, ਪਹਿਲਾਂ ਅਸੀਂ ਮਰਜ਼ੀ ਨਾਲ ਕੰਮ ਕਰਦੇ ਸੀ, ਕਿਤੇ ਦਸਤਾਰ ਮੁਕਾਬਲਾ ਹੋ ਗਿਆ, ਕਿਤੇ ਸਾਲ ਛਮਾਈ। ਕਹਿੰਦੇ ਸਾਨੂੰ ਹੁਣ ਰੈਗੂਲਰ ਕਲਾਸਾਂ ਲਾਉਣ ਲਈ ਕਹਿੰਦੇ ਆ। ਉਹ ਸਾਨੂੰ ਬਿਠਾ ਕੇ ਕਹਿੰਦੇ ਆ ਵੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਕੀ ਹੈ। ਛੋਟਾ ਜਿਹਾ ਕਾਲਜ ਹੈ ਅਤੇ ਸਾਰਾ ਪੰਜਾਬ ਉਹਨਾਂ ਨੇ ਕਵਰ ਕੀਤਾ ਸੈਂਟਰ ਖੋਲ੍ਹ ਕੇ। ਜਦੋਂ ਅਸੀਂ ਕਾਲਜ ਤੋਂ 2016 ਤੱਕ, ਜਿੱਥੋਂ ਤੱਕ ਮੈਨੂੰ ਯਾਦ ਹੈ, ਅਤੇ ਉਦੋਂ ਤੱਕ 100 ਦੇ ਕਰੀਬ 120 ਸੈਂਟਰ ਜਿਹੜੇ ਆ ਉਹ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਖੁੱਲ੍ਹ ਗਏ ਸੀ। ਅਤੇ ਜੇ 100 ਸੈਂਟਰ ਹੈ ਤਾਂ ਉਹ ਅੱਗੇ 6-7 ਪਿੰਡ ਕਵਰ ਕਰ ਰਿਹਾ ਸੀ। ਮਤਲਬ ਇੱਦਾਂ ਪਲਾਨ ਕੀਤਾ ਹੋਇਆ ਸੀ, ਸਾਰੀ ਗੱਲਬਾਤ ਵਧੀਆ ਚੱਲ ਰਹੀ ਸੀ। ਅਤੇ ਇਸ ਗੱਲ ਦੀ ਚਰਚਾ ਸੀ। ਅਤੇ ਇੱਕ ਸ਼ਾਇਦ ਦਸਮ ਗ੍ਰੰਥ ਦੇ ਹੱਕ ਦੇ ਵਿੱਚ ਦਿਨ ਮਨਾਇਆ ਸੀ, ਫਤਿਹ ਦਿਵਸ। ਉਹਦੀ ਵੀਡੀਓ ਬੜੀ ਸੁਣਦੇ ਹੁੰਦੇ ਸੀ ਸਾਡੇ ਕਾਲਜ ਦੇ ਵਿੱਚ। ਗਿਆਨੀ ਪੂਰਨ ਸਿੰਘ ਬੋਲੇ ਸੀ। ਉਹਨੇ ਇੱਕ ਚਿੰਤਾ ਦੇ ਵਿੱਚ, ਜਿਹਨੂੰ ਕਹਿ ਦਿੰਦੇ ਨਾ ਕਿ ਬੜਾ ਚਿੜ ਕੇ ਜੇ ਬੋਲਿਆ ਸੀ। ਕਹਿੰਦਾ ਵੀ ਕਿੱਥੇ ਚਲੇ ਗਏ ਤੁਸੀਂ, ਕਿੱਥੇ ਬੈਠੇ ਹੋ? ਉਹ ਤੁਹਾਡੇ ਪਿੰਡਾਂ 'ਚ ਵੜ ਗਏ ਮਿਸ਼ਨਰੀ ਕਾਲਜਾਂ ਵਾਲੇ, ਉਹ ਤੁਹਾਡੇ ਘਰਾਂ ਤੱਕ ਆ ਗਏ, ਉਹ ਤੁਹਾਡੇ ਬੱਚੇ ਸਾਂਭ ਲਏ ਉਹਨਾਂ ਨੇ। ਅਤੇ ਉਹਨੇ ਇੱਕ ਗੱਲ ਕਹੀ ਸੀ, ਇਹ ਜੁੱਤੀਆਂ ਮਾਰ ਕੇ ਪਿੰਡਾਂ 'ਚੋਂ ਕੱਢਣੇ ਪੈਣੇ ਆ। ਇਹ ਗੱਲ ਸੁਣ ਕੇ ਵੀ ਸਾਨੂੰ ਸਾਰਿਆਂ ਨੂੰ, ਜਦੋਂ ਉਹਨਾਂ ਨੇ ਉਹ ਵੀਡੀਓ ਸੁਣਨੀ, ਬੈਠ ਕੇ ਖੁਸ਼ੀ ਹੋਣੀ ਵੀ ਕਿਆ ਬਾਤ ਹੈ, ਐਡੇ ਵੱਡੇ ਪੱਧਰ 'ਤੇ ਸਾਡੇ ਕਾਲਜ ਨੂੰ ਫਿਕਰ ਹੈ। ਉਹ ਐਡਾ ਵੱਡਾ ਸੈਮੀਨਾਰ ਕਰਕੇ ਨਿਹੰਗ ਸਿੰਘ ਅਤੇ ਕਿਤੇ ਦਮਦਮੀ ਟਕਸਾਲ ਸਾਰੇ, ਅਤੇ ਚਿੰਤਾ ਸਾਡੀ ਜਿਹੜੀ ਆ 4 ਕਮਰਿਆਂ ਦੀ ਜਿਹੜੀ ਆ ਮੰਜ਼ਿਲਾਂ ਦੀ ਬਿਲਡਿੰਗ ਹੈ ਉਹਦੀ ਕਰ ਰਿਹਾ ਕਿ ਉੱਥੇ ਜਿਹੜੇ 4 ਬੰਦੇ ਬੈਠੇ ਉਹ ਸਾਰਾ ਪੰਜਾਬ ਕਵਰ ਕਰੀ ਜਾ ਰਿਹਾ। ਇਹ ਸੀ ਸਟੈਂਡਰਡ ਸਾਡੇ ਕਾਲਜ ਦਾ। ਬਾਪੂ ਇੰਦਰ ਸਿੰਘ ਘੱਗਾ ਹੁੰਦੇ ਸੀ, ਉਹਨਾਂ ਦੀ ਕਿਤਾਬ ਜਦੋਂ ਆਈ ਹੈ ਸਾਡਾ ਬੇੜਾ ਇਉਂ ਗਰਕਿਆ, ਉਹ ਕਿੱਦਾਂ ਤਰਥੱਲੀ ਮੱਚੀ ਹੈ। ਇਹ ਸਾਰਾ ਕੁਛ ਮੈਂ ਜਿਹੜੀ ਗੱਲ ਕਰਦਾ, ਇੰਨੀ ਕੁ ਚਰਚਾ ਤੇ ਬਣਦੀ ਸੀ। ਜਿਹੜਾ ਪਿੰਡਾਂ ਦੇ ਵਿੱਚ ਇੱਕ ਨਾਮ ਦਿੱਤਾ ਹੈ ਨਾ, ਕਹਿੰਦੇ ਸੀ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਕਾਤਲ ਸ਼੍ਰੋਮਣੀ ਕਮੇਟੀ। ਦਸਮ ਗ੍ਰੰਥ ਜਿਹੜਾ ਹੈ, ਜਿਹਦਾ ਸਭ ਤੋਂ ਵੱਧ ਵਿਰੋਧ ਜਿਹੜਾ ਹੈ ਉਹ ਜਾਗਰੂਕਾਂ ਵੱਲੋਂ ਜਾਂ ਸਾਡਿਆਂ ਵੱਲੋਂ ਕੀਤਾ ਗਿਆ, ਪਰ ਉਹਦੇ ਹੱਕ ਦੇ ਵਿੱਚ ਖੜਨ ਵਾਲੇ ਸੂਰਜ ਪ੍ਰਕਾਸ਼ ਗ੍ਰੰਥ ਦੇ ਜਿਹੜਾ ਹੁਣ ਵੀ ਮੌਜੂਦਾ ਜਥੇਦਾਰ ਹੈ, ਉਹ ਵੀ ਪ੍ਰੋੜਤਾ ਪਿੰਡ ਦੇ ਵਿੱਚ ਜਾ ਕੇ ਕਰਦਾ ਫਿਰ ਰਿਹਾ ਹੈ। ਇਹ ਸਾਰੀਆਂ ਚੀਜ਼ਾਂ ਆ ਤੁਸੀਂ ਸਾਲ ਪਹਿਲਾਂ ਦੀਆਂ ਵੀਡੀਓ ਜਿਹੜੀਆਂ ਹੁਣ ਘੁੰਮ ਰਹੀਆਂ ਨੇ ਸਾਹਮਣੇ ਨੇ, ਉਹ ਕੱਢ ਕੇ ਦੇਖੋ। ਇਹ ਕਹਿੰਦੇ ਕਿ ਇੱਕ ਪਰਿਵਾਰ ਦੀ ਕਮੇਟੀ ਹੈ, ਇਹ ਬਾਦਲ ਦੀ ਕਮੇਟੀ ਹੈ। ਅਤੇ ਹੁਣ ਜਿੱਦਣ ਸੈਮੀਨਾਰ ਕਰਨ ਤੁਰੇ ਸੀ, ਉਸ ਦਿਨ ਬਾਦਲ ਦਾ ਬਾਈਕਾਟ ਹੋ ਗਿਆ ਸੀ, ਉਹ ਫਖਰੇ ਕੌਮ ਵਾਪਸ ਆ ਗਿਆ ਸੀ ਉਸ ਦਿਨ। ਇਹ ਲੋਕਾਂ ਨੂੰ ਜਵਾਬ, ਮੈਂ ਜਿਹੜੀਆਂ 8-10 ਪੋਸਟਾਂ ਲਿਖੀਆਂ ਉਹਦਾ ਕਾਰਨ ਇਹੀ ਹੈ, ਜਵਾਬ ਬੜੇ ਕਮਾਲ ਦੇ ਹੁੰਦੇ ਨੇ। ਜਦੋਂ ਸੈਮੀਨਾਰ ਦਾ ਪੋਸਟਰ ਆਇਆ, ਕਿਸੇ ਸਟਾਫ ਮੈਂਬਰ ਨੇ ਪੋਸਟਰ ਸ਼ੇਅਰ ਨਹੀਂ ਕੀਤਾ, ਇੱਕ ਨੇ ਵਿਚਾਰੇ ਨੇ ਕੀਤਾ, ਉਹ ਤਾਂ ਇੱਕ ਮੈਸੇਜ ਦੀ ਕਹਿ ਦਈਏ ਕਿ ਗੱਲ ਹੁੰਦੀ ਹੈ, ਕੀਤਾ, ਉਹ 2 ਘੰਟੇ ਬਾਅਦ ਡਿਲੀਟ ਕਰ ਗਿਆ ਵੀ ਆਪਾਂ ਨਹੀਂ ਇਹ ਸ਼ੇਅਰ ਕਰਨਾ। ਜਵਾਬ ਨਹੀਂ ਦੇਣਾ ਪਿੰਡਾਂ 'ਚ ਜਾ ਕੇ। ਜੇ ਪੋਸਟਰ ਹੀ ਸ਼ੇਅਰ ਕਰ ਲਿਆ, ਫਿਰ ਆਪਾਂ ਤਾਂ ਇਹ ਕਹਿਣਾ ਵਾ ਵੀ ਆਪਾਂ ਇਸ ਪ੍ਰੋਗਰਾਮ ਦੇ ਹੱਕ 'ਚ ਨਹੀਂ ਆ। ਉਹ ਜਦੋਂ ਮੈਂ ਥੱਲੇ ਕਈਆਂ ਨੇ ਲਿਖਿਆ ਵੀ ਅਸੀਂ ਪੁੱਛਾਂਗੇ, ਵੀ ਸੱਚੀ ਵਾਲਾ ਇਹੀ ਜਵਾਬ ਮਿਲਦਾ ਹੈ। ਮੁੜ ਕੇ ਹੌਲੀ ਹੌਲੀ ਜਦੋਂ ਸੈਮੀਨਾਰ ਹੋ ਗਿਆ, ਫਿਰ ਵੋਟ ਪੋਸਟਾਂ ਪਾ ਕੇ 1-2 ਉਹ ਸਮਝ ਨਾ ਆਵੇ ਕਿ ਹੁਣ ਹੱਕ 'ਚ ਖਲੋਈਏ ਕਿ ਵਿਰੋਧ 'ਚ ਖਲੋਈਏ, ਵੀ ਇਹ ਤਾਂ ਭਾਂਡਾ ਸਾਰਾ ਹੀ ਫੁੱਟ ਗਿਆ। ਲੱਗਦਾ ਨਹੀਂ ਸੀ ਇੰਨਾ ਵਿਰੋਧ ਹੋਊਗਾ ਜਿੰਨਾ ਹੋ ਗਿਆ। ਫਿਰ ਕਮੈਂਟ ਦੇਖੋ ਕੀ ਕਰ ਰਹੇ ਆ, ਇਹ ਵੈਰੋਵਾਲ ਹੋਣੀ ਪੋਸਟਾਂ ਇਸ ਕਰਕੇ ਪਾ ਰਹੇ ਕਿਉਂਕਿ ਕਾਲਜ ਬੰਦ ਕਰਾਉਣਾ ਚਾਹੁੰਦੇ ਆ। ਕਦੀ ਵੀ ਆਪਣੇ ਵਿਰੋਧੀ ਨੂੰ ਇਹ ਅਹਿਸਾਸ ਨਹੀਂ ਹੋਣ ਦੇਈਦਾ ਕਿ ਤੇਰੀ ਸਾਨੂੰ ਕੋਈ ਪਰਵਾਹ ਹੈ, ਤੇਰੀ ਸਾਨੂੰ ਕੋਈ ਚਿੰਤਾ ਹੈ।
ਜਦੋਂ ਇਹ ਗੱਲ ਲਿਖੋਗੇ ਕਿ ਵੈਰੋਵਾਲ ਦੀਆਂ ਪੋਸਟਾਂ ਸਾਡਾ ਕਾਲਜ ਬੰਦ ਕਰਾਉਣਗੀਆਂ ਤੇ ਮੇਰਾ ਤਾਂ ਹੌਸਲਾ ਵਧਣਾ ਹੀ ਹੈ। ਮੈਂ ਤਾਂ ਇੰਨੀ ਅਹਿਮੀਅਤ ਨਹੀਂ ਸਮਝਦਾ ਕਿ ਮੇਰੀ ਪੋਸਟ ਪਾਉਣ ਨਾਲ ਤੁਹਾਡੇ ਕਾਲਜ ਨੂੰ ਕੋਈ ਫਰਕ ਪਵੇਗਾ। ਮੈਂ ਤੇ ਉਹਨਾਂ ਨੂੰ ਜਵਾਬ ਦੇਣ ਵਾਸਤੇ ਪੋਸਟਾਂ ਪਾ ਰਿਹਾ ਜਿਨ੍ਹਾਂ ਨੂੰ ਤੁਸੀਂ ਕਿਹਾ ਸੀ ਵੈਰੋਵਾਲ ਕਿਰਤ ਘਾਣਿਆ। ਪ੍ਰਚਾਰਕਾਂ ਦੀ ਮੀਟਿੰਗ ਹੋਈ ਤੇ ਇੱਕ ਵੀਰ ਨੇ ਮੈਨੂੰ ਫੋਨ ਕੀਤਾ, ਕਹਿੰਦਾ ਨਛੱਤਰ ਸਿੰਘ ਨਾਲ ਤੁਹਾਡਾ ਵਾਹਵਾ ਪ੍ਰੇਮ ਸੀ। ਮੈਂ ਕਿਹਾ ਜੀ ਠੀਕ ਹੈ, ਸਾਡਾ ਮਤਲਬ ਕਾਲਜ ਦੇ ਨਾਲ ਹੈ, ਸਾਡੀ ਗੱਲ ਨਹੀਂ ਹੁੰਦੀ। ਤੇ ਕਹਿੰਦਾ ਸੀ ਕਿ ਉਹਨੇ ਆਖਿਆ ਕਿ ਅਕਿਰਤ ਘਣ ਵੇਖਣਾ ਹੋਵੇ ਤਾਂ ਵੈਰੋਵਾਲ ਨੂੰ ਮਿਲ ਲਿਓ। ਮਤਲਬ ਮੈਨੂੰ ਬੜੀ ਹੈਰਾਨੀ ਹੋਈ। ਮੈਂ ਤੇ ਉਹਨਾਂ ਵੀਰਾਂ ਵਾਸਤੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਇਹ ਗੱਲਾਂ ਵਾ ਕਿ ਸ਼ਾਇਦ ਇਹ ਪੈਸੇ ਨੂੰ ਕਰਕੇ, ਇੱਕ ਨੇ ਲਿਖਿਆ ਸੀ ਜੀ ਇਹ ਸਰੋਪੇ ਕਰਕੇ ਰੁੱਸ ਕੇ ਚਲਾ ਗਿਆ। ਉਹ ਤਾਂ ਮੈਂ ਕਿਸੇ ਦਿਨ ਫੇਰ ਗੱਲ ਕਰਾਂਗਾ ਨਾ, ਮੈਂ ਰੁੱਸ ਕੇ ਕਿਉਂ ਆਇਆ ਵਾਂ, ਮੇਰਾ ਗੁੱਸਾ ਨਾਰਾਜ਼ਗੀ ਕੀ ਹੈ। ਤੁਸੀਂ ਸਾਰਿਆਂ ਨੂੰ ਕਹਿ ਲਿਆ ਵੀ ਇਹ ਸ਼ੌਹਰਤ ਦਾ ਭੁੱਖਾ ਸੀ, ਇਹ ਅਕਿਰਤ ਘਣ ਸੀ, ਇਹ ਪਬਲਿਸਿਟੀ ਚਾਹੁੰਦਾ ਸੀ। ਤੁਸੀਂ ਜੋ ਕਹਿਣਾ ਸੀ ਕਹਿ ਲਿਆ, ਹੁਣ ਮੈਂ ਕਹਾਂਗਾ ਕਿਸੇ ਦਿਨ। ਖੈਰ, ਜਿਹੜੀਆਂ ਮੈਂ ਪੋਸਟਾਂ ਪਾਈਆਂ ਨੇ ਉਹ ਉਹਨਾਂ ਵਾਸਤੇ ਹੈ ਜਿਹੜੇ ਮੈਨੂੰ ਕਹਿੰਦੇ ਸੀ ਵੀ ਕੀ ਗੱਲ ਹੋ ਗਈ, ਇਹ ਦੱਸਣ ਵਾਸਤੇ ਕਿ ਦੇਖੋ ਸਟੈਪ ਬਾਏ ਸਟੈਪ ਕਿੱਦਾਂ ਪਛਾਣੋਂ ਤੁਰੇ ਨੇ। ਮੈਂ ਲਿਖਿਆ ਸੀ ਨਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਇਹ ਇਸ ਕਰਕੇ ਨਹੀਂ ਬਹਿੰਦੇ। ਬਾਹਰ ਵਾਲਿਆਂ ਨੂੰ ਜਵਾਬ ਬੜੇ ਸੋਹਣੇ ਹੁੰਦੇ ਆ। ਬਾਹਰ ਵਾਲਿਆਂ ਨੂੰ ਜਵਾਬ ਪਤਾ ਕੀ ਦਿੱਤਾ, ਮੇਰੇ ਨਾਲ ਵੀ ਕਦੇ ਕਦੇ ਗੱਲ ਕਰ ਲੈਂਦੇ ਕੋਈ ਨਾ ਕੋਈ ਜਿਹੜੇ ਇਹਨਾਂ ਦੇ ਸੰਪਰਕ ਦੇ ਵਿੱਚ ਆ। ਕਹਿੰਦੇ ਜੀ ਉਹ ਕਹਿੰਦੇ ਆ ਅਸੀਂ ਉਹਦੇ ਨਾਲ ਤਾਂ ਨਹੀਂ ਬੈਠਦੇ ਕਿਉਂਕਿ ਤੁਹਾਨੂੰ ਨਹੀਂ ਪਤਾ ਇਹ ਅੰਦਰ ਖਾਤੇ ਹਰਨਾਮ ਸਿੰਘ ਧੁੰਮਾ ਤੇ ਰਣਜੀਤ ਸਿੰਘ ਇੱਕੋ ਹੀ ਹੈ। ਇਹ ਸਿਰਫ ਲੋਕਾਂ ਨੂੰ ਭਰਮਾਉਣ ਵਾਸਤੇ ਅੱਡ ਅੱਡ ਹੋਏ ਨੇ, ਅਸੀਂ ਤਾਂ ਨਹੀਂ ਇਹਦੇ ਨਾਲ ਬੈਠਦੇ। ਤੇ ਹੁਣ ਇੱਕ ਸਵਾਲ ਇਹ ਵੀ ਕਰ ਲੈਣਾ ਚਾਹੀਦਾ ਹੈ ਕਿ ਹੁਣ ਤੁਸੀਂ ਜਦੋਂ ਸ਼੍ਰੋਮਣੀ ਕਮੇਟੀ ਨਾਲ ਬੈਠਣ ਵਾਸਤੇ ਗਏ ਹੋ, ਇਹ ਤੁਹਾਨੂੰ ਭੁਲੇਖਾ ਹੈ ਕਿ ਲੋਕਾਂ ਨੂੰ ਭੁਲੇਖਾ ਹੈ? ਸ਼੍ਰੋਮਣੀ ਕਮੇਟੀ ਦਾ ਤੇ ਹਰਨਾਮ ਸਿੰਘ ਧੁੰਮੇ ਦਮਦਮੀ ਟਕਸਾਲ ਦਾ ਆਪਸ ਵਿੱਚ ਕੋਈ ਸਬੰਧ ਹੈ? ਇਹ ਸ਼ੱਕ ਵਾਲੀ ਗੱਲ ਹੈ ਭਲਾ? ਇੱਧਰ ਤੇ ਸ਼ੱਕ ਸੀ ਨਾ ਕਿ ਢੱਡਰੀਆਂ ਵਾਲਾ ਅੰਦਰ ਖਾਤੇ ਪਤਾ ਨਹੀਂ ਕੀ ਕੁਛ, ਯਾਨੀ ਕਿ ਇੱਕ ਬਹਾਨਾ ਜਿਹੜਾ ਸੀ। ਹੁਣ ਇੱਧਰ ਤੇ ਕੋਈ ਸ਼ੱਕ ਨਹੀਂ ਸੀ, ਇੱਧਰ ਜਾਣ ਲੱਗਿਆ। ਦੂਸਰੀ ਜਿਹੜੀ ਗੱਲ ਕਹਿੰਦੇ ਸੀ, ਮੇਰੇ ਸਾਹਮਣੇ ਜਿਹੜੀ ਗੱਲ ਹੋਈ ਹੈ, ਕਹਿੰਦੇ ਰਣਜੀਤ ਸਿੰਘ ਢੱਡਰੀਆਂ ਵਾਲਾ ਬਾਦਲ ਦੀ ਬੀ ਟੀਮ ਹੈ। ਇਹਨਾਂ ਕੋਲੋਂ ਟਕਸਾਲ ਦੇ ਰਾਹੀਂ, ਇਹਨਾਂ ਦੇ ਕੋਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਰਾਹੀਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੂੰ ਜਾਂ ਮਿਸ਼ਨਰੀ ਲਹਿਰ ਨੂੰ ਢਾਹ ਨਹੀਂ ਲੱਗੀ। ਇਹਨਾਂ ਨੇ 10-15 ਸਾਲ ਹੋ ਗਏ ਵਾਹ ਲਾ ਲਈ ਹੈ। ਹੁਣ ਇਹਨਾਂ ਨੇ ਨਵਾਂ ਪੱਤਾ ਖੇਡਿਆ ਕਿ ਢੱਡਰੀਆਂ ਵਾਲੇ ਨੂੰ ਜਾਗਰੂਕਾਂ ਵਾਲੀਆਂ ਗੱਲਾਂ ਕਰਾਓ, ਉਹ ਸਾਰੀ ਭੀੜ ਜਿਹੜੀ ਹੈ ਉਹ ਢੱਡਰੀਆਂ ਵਾਲੇ ਨਾਲ ਜੁੜ ਜਾਵੇਗੀ। ਤੇ ਕਹਿੰਦੇ 2 ਸਾਲ ਠਹਿਰ ਜਾਓ, ਇਹ 17-18 ਦੇ ਵਿੱਚ ਹੀ ਕਹਿੰਦੇ ਸੀ, ਸ਼ਾਇਦ 19 'ਚ, ਕਹਿੰਦੇ 2 ਸਾਲ ਠਹਿਰ ਜਾਓ, ਇਹਨੇ ਢੱਡਰੀਆਂ ਵਾਲੇ ਨੇ ਸਾਰੀ ਭੀੜ ਲੈ ਕੇ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਡਿੱਗਣਾ ਹੈ। ਇਹ ਸਾਰਾ ਕਹਿੰਦੇ ਹੁੰਜਾ ਮਾਰ ਕੇ ਸਾਰੇ ਹੀ ਉੱਧਰ ਲੈ ਜਾਣੇ ਨੇ, ਇਹ ਸਾਰੇ ਟਕਸਾਲ ਦੇ ਵਿੱਚ ਲੈ ਜਾਣੇ ਨੇ। ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਕਹਿੰਦੇ ਵੇਖੀ ਕੀ ਕਹਿੰਦੇ ਹੁੰਦੇ ਆ, ਬਿੱਲੀ ਜਿਹੜੀ ਥੈਲਿਓਂ ਬਾਹਰ ਆ ਜਾਣੀ ਆ। ਹੁਣ ਕੌਣ ਡਿੱਗਾ ਜਾ ਕੇ? ਮਤਲਬ ਤੁਸੀਂ ਜਵਾਬ ਦੇਣ ਵਾਸਤੇ ਉਹਨਾਂ ਨੂੰ ਇਹ ਆਖਿਆ ਸੀ ਅਸੀਂ ਤਾਂ ਨਹੀਂ ਜਾਂਦੇ ਕਿਉਂਕਿ ਅੰਦਰ ਖਾਤੇ ਇਹ ਬੀ ਟੀਮ ਕੰਮ ਕਰ ਰਹੀ ਹੈ। ਤੁਸੀਂ ਹੁਣ ਏ ਟੀਮ ਨਾਲ ਜਾ ਕੇ ਬਹਿ ਗਏ। ਢੱਡਰੀਆਂ ਵਾਲੇ ਨੂੰ ਕਹਿੰਦੇ ਸੀ ਇਹ ਲੁਕੀ ਹੋਈ ਬੀ ਟੀਮ ਹੈ, ਪਰ ਸ਼੍ਰੋਮਣੀ ਕਮੇਟੀ ਨੂੰ ਤਾਂ ਤੁਸੀਂ ਕਹਿੰਦੇ ਵੀ ਇਹ ਬਾਦਲ ਪਰਿਵਾਰ ਦੀ ਕਮੇਟੀ ਹੈ, ਇਹ ਨਿੱਜੀ ਪਰਿਵਾਰ ਦੀ ਕਮੇਟੀ ਹੈ। ਮਤਲਬ ਚੇਤਾ ਰੱਖਣਾ ਚਾਹੀਦਾ ਹੈ ਕਿ ਕੀ ਕੁਝ ਬੋਲਿਆ। ਹੁਣ ਜਿਹੜੀਆਂ ਵੀਡੀਓ ਘੁੰਮ ਰਹੀਆਂ ਨੇ, ਕਿੰਨਾ ਕੁਛ ਬੋਲਿਆ। ਨਰੈਣੂ ਮਹੰਤ, ਗੁਰਦੁਆਰਿਆਂ 'ਤੇ ਕਬਜ਼ਾ ਹੋ ਗਿਆ, ਗੋਲ ਕਚੋਰ, ਇਹ ਨਾਨਕਸ਼ਾਹੀ ਕੈਲੰਡਰ ਦੇ ਕਾਤਲ, ਇਹ ਸਰਸੇ ਵਾਲੇ ਨੂੰ, ਉਹ ਜਿਹੜੀ ਹੁਣ ਪੋਸਟ ਸਾਹਮਣੇ ਆਈ ਹੈ, ਸਰਸੇ ਵਾਲੇ ਨੂੰ ਮਾਫੀਆਂ ਦੇਣ ਵਾਲੇ ਆ। 92 ਲੱਖ ਰੁਪਈਆ ਕਿੱਥੋਂ ਆਇਆ ਪੋਸਟਰਸ ਪਾਉਣ ਲਈ? ਸਰਸੇ ਵਾਲੀ ਦੀ ਚਿੱਠੀ ਕਿਹਨੇ ਲਿਖੀ? ਇਹ ਸਵਾਲ ਜਿਹੜੇ ਸਾਲ 1.5 ਸਾਲ ਪਹਿਲਾਂ ਕੀਤੇ ਹੁਣ ਤੁਹਾਡੇ ਸਾਹਮਣੇ ਆ ਰਹੇ। ਇਹ ਸਵਾਲਾਂ ਦੇ ਜਵਾਬ ਮਿਲ ਗਏ ਸੀ? ਕੀ ਹੁਣ ਬਾਦਲ ਦਾ ਬਾਈਕਾਟ ਕਰ ਦਿੱਤਾ ਸੀ? ਦਸਮ ਗ੍ਰੰਥ ਦਾ ਉਹਨਾਂ ਨੇ ਬਾਈਕਾਟ ਕਰ ਦਿੱਤਾ? ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋ ਗਿਆ? ਸਰਸੇ ਵਾਲੇ ਦੀ ਚਿੱਠੀ ਕਿਹਨੇ ਲਿਖੀ ਹੈ ਕਲੀਅਰ ਹੋ ਗਿਆ? ਮਤਲਬ ਹੁਣ ਜਿਹੜਾ ਖਤਰਾ ਬਣਿਆ ਸੀ, ਜਿੱਦਾਂ ਹੁੰਦਾ ਨਹੀਂ ਹੈ ਕਿ ਉਜਾੜ ਬੀਆਬਾਨ ਦੇ ਵਿੱਚ ਤੁਰੇ ਜਾ ਰਹੇ ਹੋ, ਇੱਕ ਸੀ ਉਹ ਪਿੱਛੇ ਹੀ ਖੜ ਕੇ ਕਹਿੰਦੇ ਅਸੀਂ ਅੱਗੇ ਨਹੀਂ ਜਾਣਾ, ਇੱਕ ਸੀ ਉਹ ਨਿਕਲਦੇ ਨਿਕਲਦੇ ਅੱਗੇ ਨਿਕਲ ਗਏ, ਤੇ ਇੱਕ ਜਿਹੜੇ ਵਿਚਕਾਰ ਖੜੇ ਰਹਿ ਗਏ ਨਾ ਉਜਾੜ ਦੇ ਵਿੱਚ, ਉਹਨਾਂ ਨੂੰ ਲੱਗਾ ਜਿਹੜੇ ਗਾਂਹ ਚਲੇ ਗਏ ਆ ਉਹਨਾਂ ਨਾਲ ਰਲਿਆ ਨਹੀਂ ਜਾਣਾ, ਇੱਥੇ ਰਹੇ ਤਾਂ ਕੋਈ ਨਾ ਕੋਈ ਜਾਨਵਰ ਪੈ ਜਾਣਾ ਹੈ। ਤੇ ਇਹ ਪਿਛਾਂਹ ਭੱਜ ਕੇ ਪਿਛਾਂਹ ਚਲੇ ਗਏ। ਜਿਨ੍ਹਾਂ ਨੇ ਪਿੱਛੇ ਡੇਰਾ ਲਾਇਆ ਉਹਨਾਂ ਨਾਲ ਹੀ ਬੈਠ ਜਾਈਏ ਜਾ ਕੇ, ਉੱਥੇ ਸੌਖੇ ਰਵਾਂਗੇ, ਨਹੀਂ ਤੇ ਉਜਾੜ ਦੇ ਵਿੱਚ ਇਕੱਲੇ ਖੜੇ ਰਹਿ ਜਾਣਾ ਅਸੀਂ। ਇੰਨਾ ਕੀ ਫਰਕ ਪਿਆ ਏ। ਇਹ ਤੁਰੇ ਸੀ ਅਗਾਂਹ ਦੀਆਂ ਗੱਲਾਂ ਕਰਨ, ਕਰਦੇ ਕਰਦੇ ਰੁਕ ਗਏ, ਤੇ ਅਗਾਂਹ ਦੀਆਂ ਗੱਲਾਂ ਤਾਂ ਬੜੀ ਦੂਰ ਚਲੀਆਂ ਗਈਆਂ, ਉਹਨਾਂ ਨਾਲ ਰਲਿਆ ਨਹੀਂ ਜਾਣਾ। ਇਹਨਾਂ ਨੂੰ ਲੱਗਾ ਹੁਣ ਭੱਜ ਕੇ ਪਿਛਾਂਹ ਚਲੇ ਜਾਈਏ ਜਿੱਥੇ ਉਹ ਡੇਰਾ ਲਾ ਕੇ ਬੈਠੇ, ਨਹੀਂ ਤੇ ਉਜਾੜ ਦੇ ਵਿੱਚ ਸਾਨੂੰ ਇਕੱਲਿਆਂ ਨੂੰ ਖਤਰਾ ਬਹੁਤ ਹੈ।
ਇਹ ਕਾਰਨ ਇਹ ਬਣਿਆ, ਸਿਰਫ ਇਕੱਲੇ ਰਹਿ ਗਏ, ਨਾ ਇੱਧਰਲਿਆਂ ਵੱਲ ਨਾ ਉੱਧਰਲਿਆਂ ਵੱਲ। ਇਹਨਾਂ ਨੂੰ ਲੱਗਿਆ ਕਿਸੇ ਪਾਸੇ ਤੇ ਚੱਲੀਏ। ਭਰਤੀ ਜਿਹੜੀ ਕਾਲਜ ਦੇ ਵਿੱਚ ਉਹ ਤੇ 8-8 ਸਾਲਾਂ ਦੇ ਜਵਾਕਾਂ ਦੀ ਹੋਣ ਲੱਗ ਪਈ ਹੈ। ਤੁਸੀਂ ਦੇਖੀਆਂ ਨਾ ਫੋਟੋਆਂ। ਇਹ ਸਿਰਫ ਇੱਕ ਵਿਪਤਾ ਜਿਹੜੀ ਸੀ ਉਹ ਸਿਰ ਤੇ ਮੰਡਰਾ ਰਹੀ ਸੀ ਵੀ ਇਹ ਤੇ ਦਿਨੋਂ ਦਿਨ ਕੰਮ ਖਤਮ ਵੱਲ ਤੁਰਿਆ ਜਾ ਰਿਹਾ ਹੈ। ਤੇ ਇਹ ਨਾ ਚਿੰਤਾ ਕਰੋ ਕਿ ਕਿਸੇ ਦੀਆਂ ਪੋਸਟਾਂ ਨਾਲ ਕਾਲਜ ਨੂੰ ਕੋਈ ਫਰਕ ਪਊਗਾ। ਤੁਸੀਂ ਹੈਰਾਨੀ ਦੀ ਗੱਲ ਦੇਖੋ, ਬਾਪੂ ਇੰਦਰ ਸਿੰਘ ਘੱਗਾ ਜੀ ਦੀ ਪਤਨੀ ਚੜ੍ਹਾਈ ਕੀਤੇ, ਉਹਨਾਂ ਦੇ ਸੰਸਕਾਰ ਤੇ ਨਹੀਂ ਗਏ। ਠੀਕ ਹੈ ਜੀ, ਸਮਾਗਮ ਅਚਾਨਕ ਪੈ ਗਏ, ਜਿਹੜਾ ਜਵਾਬ ਹੈਗਾ ਹੀ ਹੈ। ਭੋਗ ਤੇ ਇਸ ਕਰਕੇ ਨਹੀਂ ਗਏ ਕਿਉਂਕਿ ਸਾਹਮਣੇ ਢੱਡਰੀਆਂ ਵਾਲਾ ਬੈਠਾ ਹੋਣਾ ਸੀ। ਭੋਗ ਤੇ ਨਾ ਜਾਣ ਦਾ ਕਾਰਨ ਇਹ ਹੈ ਕਿ ਢੱਡਰੀਆਂ ਵਾਲਾ ਉਸ ਭੋਗ ਤੇ ਉੱਥੇ ਗੁਰਦੁਆਰੇ ਦੇ ਵਿੱਚ ਉਹ ਹੈ ਤੇ ਅਸੀਂ ਆਮੋ ਸਾਹਮਣੇ ਨਹੀਂ ਬੈਠਣਾ। ਇਹਨਾਂ ਨੂੰ ਸਵਾਲ ਕਰਕੇ ਦੇਖੋ, ਢੱਡਰੀਆਂ ਵਾਲੇ ਨਾਲ ਇੰਨੀ ਨਫ਼ਰਤ ਕਿਉਂ ਹੈ ਵੀ ਸਾਹਮਣੇ ਬੈਠਾ ਨਹੀਂ ਦੇਖਣਾ ਅਸੀਂ ਜਾ ਸਕਦੇ, ਇੰਨੀ ਨਫ਼ਰਤ ਕਿਉਂ? ਨਾ ਉਹ ਦਸਮ ਗ੍ਰੰਥ ਦੇ ਹੱਕ 'ਚ ਬੋਲਿਆ, ਨਾ ਉਹ ਸਰੋਵਰਾਂ ਦੇ ਹੱਕ 'ਚ ਬੋਲਿਆ, ਨਾ ਉਹ ਡੇਰਿਆਂ ਦੇ ਹੱਕ 'ਚ ਬੋਲਿਆ। ਅਕਾਲ ਤਖਤ ਦੀ ਰਹਿਤ ਮਰਿਆਦਾ ਦੇ ਹੱਕ 'ਚ ਉਹ ਬੋਲਦਾ, ਕਰਾਮਾਤੀ ਸਾਖੀਆਂ ਨੂੰ ਉਹ ਨਹੀਂ ਮੰਨਦਾ, ਸਰੋਵਰਾਂ ਦੇ ਵਿਰੁੱਧ ਤੁਹਾਡੇ ਵਾਂਗੂ ਉਹਨੇ ਬੋਲਿਆ, ਮਾਲਾ ਦੀ ਉਹ ਨਹੀਂ ਪ੍ਰੋੜਤਾ ਕਰਦਾ। ਜਿਹੜੇ ਇਤਿਹਾਸਕ ਗ੍ਰੰਥ ਤੁਸੀਂ ਰੱਦ ਕੀਤੇ ਸੀ ਉਹਨੇ ਵੀ ਰੱਦ ਕੀਤੇ। ਫਿਰ ਭਾਈ ਇੰਨਾ ਜ਼ਿਆਦਾ ਨਫ਼ਰਤ ਕਿਹੜੀ ਗੱਲ ਦੀ? ਕੋਈ ਜਵਾਬ ਨਹੀਂ। ਇੱਕ ਛੋਟਾ ਜਿਹਾ ਹੈਗਾ ਹੈ ਕਿ ਰੱਬ ਦਾ ਜਿਹੜਾ ਉਹ ਮੰਨਦੇ ਤੁਸੀਂ ਵੀ ਉਹ ਕੁਝ ਜਦੋਂ ਵਿਆਖਿਆ ਕਰਦੇ ਉੱਥੇ ਪਹੁੰਚ ਜਾਂਦੇ, ਪਰ ਦੇਖਣਾ ਸਾਹਮਣੇ ਨਹੀਂ ਚਾਹੁੰਦੇ। ਇਹਦਾ ਜਵਾਬ ਕੋਈ ਨਹੀਂ। ਮਤਭੇਦ ਤੇ ਐਡਾ ਵੱਡਾ ਹੈ ਹੀ ਕੋਈ ਨਹੀਂ ਤੁਹਾਡਾ। ਤੇ ਜਿਹੜੀ ਸ਼੍ਰੋਮਣੀ ਕਮੇਟੀ ਨਾਲ ਹੁਣ ਜਾ ਕੇ ਬੈਠੇ ਆ, ਮਤਭੇਦਾਂ ਦੀ ਲਾਈਨ ਪਤਾ ਕਿੱਡੀ ਲੰਬੀ ਹੈ। ਜਿਨ੍ਹਾਂ ਗੱਲਾਂ ਦੇ ਰੋਸ ਨੇ, ਜਦੋਂ ਸਰੂਪਾਂ ਦਾ ਹਿਸਾਬ ਲੈਣ ਗਏ ਉਹਨਾਂ ਨੇ ਕੁੱਟ ਕੇ ਕੱਢੇ, ਅੰਦਰ ਖੜ ਕੇ ਕਮਰਿਆਂ ਦੇ ਵਿੱਚ ਤਾੜ ਕੇ ਬਈ ਰਾਣੀਆਂ ਤੋਂ ਚਪੇੜਾ ਮਰਾ ਕੇ ਤੋਰੇ, ਜਿਹਨੂੰ ਕਹਿ ਦਈਏ ਛਿੱਤਰ ਮਾਰ ਕੇ ਤੋਰੇ। ਤੇ ਹੁਣ ਜਾ ਕੇ ਉਹਨਾਂ ਦੇ ਸੋਫਿਆਂ ਦੇ ਬੈਠੇ ਚਾਹਾਂ ਪੀ ਰਹੇ ਨੇ। ਇਹ ਗੱਲਾਂ ਅਸੀਂ ਤਾਂ ਕਰ ਰਹੇ ਹਾਂ ਤਾਂ ਕਿ ਜਿਹੜੇ ਡਾਵਾਂਡੋਲ ਜਿਹੇ ਨੇ ਪਤਾ ਨਹੀਂ ਹੋ ਕੀ ਰਿਹਾ, ਕਲੀਅਰ ਹੈ ਉਹ ਜੋ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੈ। ਬਾਪੂ ਇੰਦਰ ਸਿੰਘ ਘੱਗਾ ਜੀ ਦੀ ਪਤਨੀ ਨੂੰ ਤੁਸੀਂ ਮਾਂ ਕਹਿੰਦੇ ਹੁੰਦੇ ਸੀ, ਮਾਤਾ ਕਹਿੰਦੇ ਸੀ। ਮੈਂ ਸਾਹਮਣੇ ਤੁਹਾਨੂੰ ਮਿਲਦਿਆਂ ਨੂੰ ਦੇਖਿਆ ਕਿੱਦਾਂ ਦਾ ਪਿਆਰ ਸੀ ਤੁਹਾਡਾ। ਤੇ ਬੀਬੀ ਜਗੀਰ ਕੌਰ ਨੂੰ ਕੀ ਕਹਿੰਦੇ ਹੁੰਦੇ ਸੀ ਮੈਂ ਹੁਣ ਕਹਿ ਨਹੀਂ ਸਕਦਾ ਇੱਥੇ, ਜਿਹੜਾ ਉਹਦੇ ਵਾਸਤੇ ਲਫ਼ਜ਼ ਵਰਤਦੇ ਹੁੰਦੇ ਸੀ ਤੁਸੀਂ। ਮਤਲਬ ਇੱਕ ਬਿਲਕੁਲ ਹੀ ਪਲਟਾ ਮਾਰ ਦਿੱਤਾ। ਦਿਨ ਤੇ ਰਾਤ ਵਾਲਾ ਫਰਕ ਤੁਸੀਂ ਜਿਹੜਾ ਇੱਕ ਦਿਨ ਦੇ ਵਿੱਚ ਨਿਬੇੜ ਦਿੱਤਾ। ਇਹ ਗੱਲਾਂ ਕਰਨੀਆਂ ਤਾਂ ਜ਼ਰੂਰੀ ਸੀ, ਇਹ ਦੱਸਣਾ ਤਾਂ ਜ਼ਰੂਰੀ ਸੀ ਜਿਹੜੇ ਸਾਡੇ ਤੇ ਉਂਗਲਾਂ ਚੁੱਕਦੇ ਨੇ। ਕਿਉਂਕਿ ਜਦੋਂ ਗੱਲ ਗੋਲ ਮੋਲ ਹੁੰਦੀ ਹੈ ਉਹਨਾਂ ਕੋਲ ਜਵਾਬ ਤਾਂ ਹੈਗਾ ਹੀ ਹੈ। ਜਦੋਂ ਮੈਂ ਪਹਿਲਾਂ ਦੱਸਿਆ ਢੱਡਰੀਆਂ ਵਾਲਾ B ਟੀਮ ਹੈ, ਅਸੀਂ ਬੜੀ ਪਲੈਨਿੰਗ ਨਾਲ, ਸਾਨੂੰ ਦੂਰ ਤੱਕ ਪਤਾ ਹੈ, ਸਾਲ ਠਹਿਰ ਜਾਓ, ਇਹ ਸਾਰਾ ਕੁਝ ਸਾਹਮਣੇ ਆ ਗਿਆ। ਤੇ ਜਿਹੜੇ ਅਜੇ ਵੀ ਇਸ ਤਾਕ ਦੇ ਵਿੱਚ ਨੇ ਕਿ ਆਉਣ ਵਾਲੇ ਸਮੇਂ 'ਚ ਕੋਈ ਗੱਲ ਹੋਵੇਗੀ, ਨਹੀਂ ਭਾਈ, ਲੱਖ ਰੁਪਈਆ ਦਿੱਤਾ ਅਗਲਿਆਂ ਨੇ। ਸਾਲ ਦਾ ਲੱਖ ਰੁਪਈਆ ਥੋੜ੍ਹਾ ਨਹੀਂ ਹੁੰਦਾ। ਐਵੇਂ ਥੋੜ੍ਹਾ ਗੱਲ ਚੱਲ ਰਹੀ ਹੈ 274 ਰੁਪਈਏ ਦਿਹਾੜੀ ਹੈ। ਹੁਣ ਜਦੋਂ ਵੀ ਗੱਲ ਹੋਵੇਗੀ ਉਹਨਾਂ ਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਅਸੀਂ ਇਕੱਠੇ ਚਾਹ ਪੀ ਕੇ ਆਏ, ਉਹਨਾਂ ਦੇ ਵਿਰੁੱਧ ਕਿੱਦਾਂ ਬੋਲ ਸਕਦੇ ਹਾਂ। ਇੱਕੋ ਖਤਰਾ ਸੀ, ਉਹ ਖਤਰਾ ਹੀ ਜਿਹੜਾ ਜੀਣ ਨਹੀਂ ਸੀ ਦੇ ਰਿਹਾ ਕਿ ਇੱਧਰਲਾ ਧੜਾ ਜਿਹੜਾ ਉਹ ਬੜਾ ਅੱਗੇ ਲੰਘ ਚੁੱਕਾ ਹੈ, ਉਹਨਾਂ ਦੇ ਨਾਲ ਨਹੀਂ ਰਲਿਆ ਜਾਣਾ। ਪਿਛਲੇ ਜਿਹੜੇ ਉਹ ਆਪਣੀ ਥਾਂ 'ਤੇ ਖਲੋਤੇ ਹੋਏ ਆ ਜਿੱਥੇ 100 ਸਾਲ ਤੋਂ ਖਲੋਤੇ ਸੀ, ਅਤੇ ਅੱਧ ਵਿਚਾਲੇ ਇੱਥੇ ਖਤਰਾ ਜ਼ਿਆਦਾ ਹੈ। ਇਕੱਲੇ ਰਹਿ ਗਏ ਆ ਅਤੇ ਉਹ ਹੁਣ ਭੱਜ ਕੇ ਪਿਛਾਂਹ ਰਲ ਗਿਆ ਵੀ ਆਹ ਜਿਹੜੇ 100 ਸਾਲ ਤੋਂ ਖਲੋਤੇ ਇਹਨਾਂ ਦਾ ਤਾਂ ਸਟੈਂਡ ਹੈਗਾ ਹੀ ਹੈ, ਤੇ ਕਿਤੇ ਜਾਣ ਵਾਲੇ ਨਹੀਂ ਆ। ਅਤੇ ਦੂਸਰੀ ਗੱਲ, ਇੱਕ ਦਿਨ ਮੈਂ ਪ੍ਰੋਗਰਾਮ ਸੁਣ ਰਿਹਾ ਸੀ, ਪ੍ਰਭਦੀਪ ਤੇ ਬਖਸ਼ੀਸ਼ ਸਿੰਘ ਇਸ ਗੱਲ ਦੀ ਪ੍ਰੋੜਤਾ ਕਰ ਰਹੇ ਸੀ, ਜੇ ਸਰਬਜੀਤ ਸਿੰਘ ਧੂੰਦਾ ਅਤੇ ਨਿਹੰਗ ਸਿੰਘ ਇਕੱਠੇ ਬੈਠ ਕੇ ਫਿਰ ਕਿਹੜੀ ਗੱਲ ਹੈ। ਸਾਡੇ ਵਿਚਾਰਕ ਮਤਭੇਦ ਹੈ, ਉਹਦਾ ਇਕੱਠੇ ਬੈਠਣ ਦੇ ਵਿੱਚ ਤਾਂ ਇਤਰਾਜ਼ ਕੋਈ ਨਹੀਂ ਹੈ। ਉਹਨਾਂ ਨੇ 5 ਮਿੰਟ ਲਾ ਕੇ ਸਾਬਤ ਕੀਤਾ ਸਾਡਾ ਆਪਸ ਵਿੱਚ ਇਕੱਠੇ ਬੈਠਣਾ ਇਤਰਾਜ਼ ਕੋਈ ਨਹੀਂ ਹੈ। ਪਰ ਹੁਣ ਇੱਕ ਵਾਰੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੂੰ ਪੁੱਛ ਲਿਓ ਕਿ ਜਿਨ੍ਹਾਂ ਨੇ ਤੁਹਾਨੂੰ ਉੱਥੋਂ ਛੇਕ ਕੇ ਪੰਥ ਦੇ ਵਿੱਚੋਂ ਕੱਢ ਕੇ ਘਰ ਨੂੰ ਤੋਰਿਆ ਹੈ, ਹੁਣ ਇਕੱਠੇ ਬੈਠਣਾ ਠੀਕ ਹੈ ਕਿ ਗਲਤ ਹੈ। ਜਿਸ ਦਿਨ ਭਾਈ ਸਰਬਜੀਤ ਸਿੰਘ ਧੂੰਦਾ ਅਕਾਲ ਤਖਤ 'ਤੇ ਪੇਸ਼ ਹੋਏ ਸੀ, ਪੰਚਾਲੀ ਤੇ ਪਤਾ ਨਹੀਂ ਕੀ ਕੁਝ ਬੋਲਿਆ ਸੀ, ਉਹਨਾਂ ਦੀ ਸ਼ਰਨ ਵਿੱਚ ਚਲਾ ਗਿਆ। ਅਤੇ ਹੁਣ ਪੂਰੀ ਸੰਸਥਾ ਜਿਹੜੀ ਉਸ ਜਗ੍ਹਾ 'ਤੇ ਜਾ ਕੇ ਬੈਠੀ, ਇੱਕ ਵਾਰੀ ਫਿਰ ਦੱਸ ਦਿਓ ਕਿ ਗੁਰਸਿੱਖਾਂ ਦੇ ਆਪਸ ਵਿੱਚ ਮਤਭੇਦ ਹੁੰਦੇ, ਫਿਰ ਕੀ ਹੋ ਗਿਆ ਇਕੱਠੇ ਬੈਠ ਗਏ। ਪਹਿਲਾਂ ਨਿਹੰਗਾਂ ਦੇ ਹੱਕ ਦੇ ਵਿੱਚ ਪ੍ਰੋਗਰਾਮ ਕੀਤੇ, ਧੜਾ ਧੜ ਮਤਲਬ ਇਸ ਗੱਲ ਦਾ ਕਿ ਫਿਰ ਕਿਹੜੀ ਗੱਲ ਹੈ, ਨਿਹੰਗ ਸਿੰਘਾਂ ਨੇ ਜੋ ਫੈਸਲਾ ਕੀਤਾ ਠੀਕ ਹੈ, ਖਾਲਸਾ ਨਿਊਜ਼ 'ਤੇ ਆਰਟੀਕਲ ਲਿਖਤੇ, ਅਤੇ ਹੁਣ ਨਿਹੰਗ ਸਿੰਘਾਂ ਦੇ ਵਿਰੁੱਧ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ ਕਿ ਉਹ ਗੁਰਦੁਆਰਿਆਂ ਦੇ ਵਿੱਚ ਕੌਣ ਹੁੰਦੇ ਆ ਜਾ ਕੇ ਇਸ ਤਰੀਕੇ ਨਾਲ ਕੋਰੜੇ ਮਾਰਨਗੇ ਜਾਂ ਸਾਰਾ ਸੁੱਖ ਜੋ ਕੁਝ ਵੀ ਹੈ। ਹੁਣ ਪਤਾ ਹੈ
ਜਿਹੜਾ ਤੁਸੀਂ ਅੰਮ੍ਰਿਤ ਸੰਚਾਰ ਕਰਦੇ ਹੋ ਪੰਜਾਬ ਦੇ ਕਿਹੜੇ ਗੁਰਦੁਆਰੇ 'ਚ ਜਾ ਕੇ ਕਰਨਾ? ਜਿਹੜੀ ਅਰਦਾਸ ਕਰਦੇ ਹੋ ਉਹਨਾਂ ਨੇ ਪਤਾ ਨਾ ਜਦੋਂ ਕੋਰੜਿਆਂ ਵਾਲੀ ਗੱਲ ਹੋਈ ਹੈ ਕਿੱਧਰ ਨੂੰ ਕੰਮ ਜਾਣਾ ਹੈ। ਥੋੜ੍ਹਾ ਜਿਹਾ ਸਟੈਂਡ ਰੱਖੋ ਕਿ ਆਪਣੀ ਗੱਲ ਜਿਹੜੀ ਹੈ ਲੰਬੇ ਸਮੇਂ ਤੱਕ ਕਰਨ ਵਾਸਤੇ ਸਾਡਾ ਆਹ ਸਟੈਂਡਰਡ ਰਹੇਗਾ। ਇਸ ਗੱਲ ਦੇ ਉੱਪਰ ਅਸੀਂ ਲੰਬਾ ਸਮਾਂ ਖੜੇ ਰਹਿਣਾ ਹੈ। ਪਿਛਲੇ ਹਫ਼ਤੇ ਨਿਹੰਗ ਸਿੰਘਾਂ ਦੇ ਹੱਕ ਦੇ ਵਿੱਚ ਪ੍ਰੋਗਰਾਮ, ਇਸ ਹਫ਼ਤੇ ਨਿਹੰਗ ਸਿੰਘਾਂ ਦੇ ਵਿਰੋਧ ਦੇ ਵਿੱਚ ਪ੍ਰੋਗਰਾਮ। ਪਿਛਲੇ ਹਫ਼ਤੇ ਸਰਬਜੀਤ ਸਿੰਘ ਨਿਹੰਗਾਂ ਦੇ ਨਾਲ ਬੈਠੇ, ਬਿਲਕੁਲ ਸਹੀ ਗੱਲ ਹੈ। ਇਸ ਵਕਤ ਹੁਣ ਵੇਖੋ ਕੀ ਬਣਦਾ ਹੁਣ ਜਦੋਂ ਸ਼੍ਰੋਮਣੀ ਕਮੇਟੀ ਨਾਲ ਹੋਏ ਇਕੱਤਰ, ਮਿਲੋ ਮੇਰੇ ਭਾਈ, ਇਹ ਫਰਮਾਨ ਤਾਂ ਹੈਗਾ ਹੀ ਹੈ। ਤਾਂ ਕਰਕੇ ਸਾਡਾ ਬੋਲਣਾ ਜ਼ਰੂਰੀ ਸੀ, ਇਹ ਪੋਸਟਾਂ ਪਾਉਣੀਆਂ ਜ਼ਰੂਰੀ ਸੀ, ਕਿਉਂਕਿ ਗੱਲਾਂ ਦੇ ਵਿੱਚ ਉਲਝਾ ਕੇ ਆਪਣਾ ਕੰਮ ਕੱਢਿਆ ਜਾ ਰਿਹਾ ਹੈ। ਦੂਸਰਿਆਂ ਨੂੰ ਇਹ ਤੌਹਮਤਾਂ ਲਾ ਕੇ ਤੁਹਾਨੂੰ ਥੋੜ੍ਹੇ ਸਮੇਂ 'ਚ ਪਤਾ ਲੱਗ ਜਾਊ, ਬਿੱਲੀ ਥੈਲਿਓਂ ਬਾਹਰ ਆਓ ਜੀ, ਬਿੱਲੀ ਤਾਂ ਭੱਜੀ ਫਿਰਨ ਡਈ ਹੁਣ, ਉਹ ਸਾਰਾ ਕੁਝ ਸਾਹਮਣੇ ਹੀ ਹੈ। ਸੋ ਜਿਨ੍ਹਾਂ ਨੂੰ ਥੋੜ੍ਹੀ ਬਹੁਤੀ ਸਮਝ ਆਉਂਦੀ ਹੈ ਉਹ ਧਿਆਨ ਜ਼ਰੂਰ ਰੱਖਿਆ ਕਰੋ ਕਿ ਗੱਲਾਂ ਦਾ ਜਦੋਂ ਜਾਲ ਬੁਣਿਆ ਜਾਂਦਾ ਹੈ, ਵੱਡੀਆਂ ਵੱਡੀਆਂ ਸਟੇਟਮੈਂਟਾਂ ਕਈ ਦਿਨ ਲਾ ਕੇ ਤੇ ਉਹਨਾਂ ਨੇ ਪੋਸਟਰ ਤੇ ਆਪਣੀਆਂ ਵੀਡੀਓ ਡਿਲੀਟ ਕੀਤੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਧਰਨਾ ਲਾ ਕੇ ਬੋਲੀਆਂ ਸੀ। ਨਰਾਇਣੂ ਮਹੰਤ ਹੁਣ ਅਸੀਂ ਕਬਜ਼ਾ ਹੀ ਲੈ ਲੈਣਾ, ਇਹ ਤਖਤਾ ਹੀ ਪਲਟਣ ਲੱਗਾ ਹੈ। ਹੁਣ ਸੰਗਤ ਜਾਗ ਗਈ ਹੈ। ਇਹ ਸ਼੍ਰੋਮਣੀ ਕਮੇਟੀ ਦਾ ਜਿਹੜਾ ਵਾ ਸਾਡੇ ਕੋਲੋਂ ਜੂੜਾ ਲੱਥਣ ਲੱਗਾ। ਉਹ ਵੇਖਣ ਵਾਲੀਆਂ ਸੀ ਵੀਡੀਓ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਉਹ ਦਰਬਾਰ ਸਾਹਿਬ ਦੇ ਬਾਹਰ ਧਰਨਾ ਲਾ ਕੇ ਜਿਹੜੇ ਲੈਕਚਰ ਕੀਤੇ ਸੀ। ਜਦੋਂ ਡਾਂਗ ਫਿਰੀ ਆ ਮੁੜ ਕੇ ਸਾਰਾ ਟੱਬਰ ਲੈ ਕੇ ਦਰਸ਼ਨਾਂ ਨੂੰ ਤੁਰ ਪਏ, ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਚੱਲੇ ਆ। 328 ਸਰੂਪ ਥੋੜ੍ਹੇ ਨਹੀਂ। ਤੁਸੀਂ ਇੱਕ ਉਸ ਬੰਦੇ ਦੇ ਗੁੱਟ ਵੱਢਣ ਦੇ ਸਾਰੇ ਹੱਕ ਦੇ ਵਿੱਚ ਬੋਲੇ ਸੀ, ਕਿਉਂਕਿ ਉਹਨੇ ਰਮਾਲੇ ਨੂੰ ਹੱਥ ਲਾਇਆ ਸੀ। ਗੁਰੂ ਗ੍ਰੰਥ ਸਾਹਿਬ ਸਰੂਪ ਦਾ ਜੇ ਕੁਝ ਨਹੀਂ ਸੀ ਵਿਗੜਿਆ, ਉਹਨੇ ਰਮਾਲੇ ਨੂੰ ਹੱਥ ਲਾਇਆ ਸੀ, ਬੰਦਾ ਕਤਲ ਕਰ ਦਿੱਤਾ। ਜਦੋਂ ਉਹ ਪੋਥੀਆਂ ਲੱਭ ਗਈਆਂ, ਬੰਦੇ ਦੇ ਗੁੱਟ ਵੱਢਣ ਲੱਗੇ ਸੀ, ਪਤਾ ਲੱਗ ਗਿਆ ਸੀ ਕਿ ਸਰੂਪ ਦਾ ਨੁਕਸਾਨ ਕੋਈ ਨਹੀਂ ਹੋਇਆ, ਪਰ ਕਤਲ ਕਰ ਦਿੱਤਾ ਕਿਉਂਕਿ ਇਰਾਦਾ ਲੈ ਕੇ ਆਇਆ ਸੀ। ਤੇ ਤੁਹਾਡੇ ਜਿਹੜੇ ਅਜੇ ਵੀ ਪੋਸਟਰ ਘੁੰਮ ਰਹੇ ਆ ਕਿ 328 ਸਰੂਪ ਖੁਰਦ-ਬੁਰਦ ਕਰ ਦਿੱਤੇ। ਸਾਡੀ ਜਾਨ ਚਲੀ ਜਾਊਗੀ, ਇੱਥੋਂ ਉੱਠ ਕੇ ਨਹੀਂ ਜਾਵਾਂਗੇ, ਇਹਨਾਂ ਦਾ ਹਿਸਾਬ ਲੈ ਕੇ ਪਿੱਛੇ ਮੁੜਾਂਗੇ। ਉਹ ਸਟੈਂਡ ਤੁਹਾਡਾ ਕਿੱਥੇ ਹੋਣਾ? ਕਹਿੰਦੇ ਸੀ ਹੌਲੀ ਹੌਲੀ ਸਾਰਾ ਕੁਝ ਹੈ, ਜਦੋਂ ਪਿਆਲੀ ਚਾਹ ਦੀ ਪੀ ਲਈਏ ਨਾ ਇਕੱਠੇ ਬੈਠ ਕੇ, ਉਦੋਂ ਮਸਲੇ ਹੱਲ ਹੋ ਜਾਂਦੇ ਆ। ਉਦੋਂ ਮਤਲਬ ਸਾਰਾ ਕੁਝ ਕਲੀਅਰ ਅੰਦਰ ਖਾਤੇ ਹੋ ਚੁੱਕਾ ਵਾ। ਸੋ ਇਸ ਕਰਕੇ ਜਿਹੜੇ ਗੱਲ ਸਮਝਦੇ ਨੇ ਉਹ ਜ਼ਰੂਰ ਸੁਚੇਤ ਹੋ। ਅਤੇ ਜਿਹੜੇ 2-4 ਕਮੈਂਟ ਕਰਦੇ ਨੇ ਇਹਨਾਂ ਵਿਚਾਰਿਆਂ ਨੂੰ ਕੀ ਪਤਾ ਹੈ, ਅਜੇ ਤਾਂ ਗੱਲਾਂ ਹੋਰ ਵੀ ਨੇ। ਇਹ ਤਾਂ ਐਵੇਂ ਪੱਲਾ ਝਾੜਨ ਵਾਸਤੇ ਕਾਲਜ ਬੰਦ ਕਰਾ ਦੇਣਾ ਇਹਨਾਂ ਕਮੈਂਟਾਂ ਦੇ ਨਾਲ, ਇੱਦਾਂ ਕਰਕੇ ਤੁਹਾਨੂੰ ਕੁਛ ਵੀ ਨਹੀਂ ਪਤਾ। ਕੋਈ ਨਾ, ਫੇਰ ਗੱਲ ਕਰਾਂਗੇ। ਕਿਤੇ ਨਾ ਕਿਤੇ ਜਿਹੜੇ ਸਾਡੇ ਉੱਪਰ ਇਲਜ਼ਾਮ ਲੱਗੇ ਨੇ ਉਹਨਾਂ ਦਾ ਵੀ ਜਵਾਬ ਦੇਵਾਂਗੇ। ਧੰਨਵਾਦ।